ਜੀ ਆਪਾਂ ਗੱਲ ਕਰ ਰਹੇ ਸੀ ਕਿ ਸਾਡਾ ਜਿਹੜਾ ਕੀਬੋਰਡ ਹੈ, ਕੀਬੋਰਡ ਦੇ ਉੱਤੇ ਜਿਹੜੇ ਬਟਨ ਲੱਗੇ ਹੋਏ ਨੇ, ਉਹਨਾਂ ਬਟਨਸ ਦੇ ਮਗਰ ਇੱਕ ਕੋਡ ਕੰਮ ਕਰਦਾ ਹੈ। ਜਿਸ ਤਰ੍ਹਾਂ ਕਿ ਤੁਸੀਂ ਦੇਖ ਰਹੇ ਹੋ, ਅੱਖਰ ਅਸੀਂ ਸੀ ਪ੍ਰੈਸ ਕਰਨਾ ਹੈ। ਸੀ ਜਦੋਂ ਪ੍ਰੈਸ ਕਰਦੇ ਹਾਂ ਤਾਂ ਕੋਡ 99 ਉਹਦੇ ਵਿੱਚੋਂ ਨਿਕਲਦਾ ਹੈ। ਉਹ 99 ਕੋਡ ਸੀ ਦੇ ਨਾਲ ਮੈਪ ਕੀਤਾ ਹੋਇਆ। ਸੋ ਇਸੇ ਤਰ੍ਹਾਂ ਕੋਈ ਹੋਰ ਬਟਨ ਦੱਬਾਂਗੇ ਤੇ ਉਹਦੇ ਵਿੱਚੋਂ ਵੀ ਕੋਡ ਨਿਕਲੇਗਾ। ਇਹ ਜਿਹੜਾ ਕੋਡ ਹੈ, ਉਸ ਕੋਡ ਦਾ ਨਾਮ ਅਮਰੀਕਨ ਸਟੈਂਡਰਡ ਕੋਡ ਫਾਰ ਇਨਫੋਰਮੇਸ਼ਨ ਇੰਟਰਚੇਂਜ ਹੈ, ਯਾਨੀ ਕਿ ਅਸਕਾਈ ਕੋਡ, ਜਿਹੜਾ ਕਿ ਅਮਰੀਕਾ ਨੇ ਬਣਾਇਆ। ਕਿਉਂ ਬਣਾਇਆ? ਕਿਉਂਕਿ ਵੱਖਰੇ ਵੱਖਰੇ ਕੰਪਿਊਟਰਾਂ ਦੇ ਵਿੱਚ ਕੋਡ ਵੱਖਰੇ ਵੱਖਰੇ ਸੀ। ਇੱਕ ਕੰਪਿਊਟਰ ਦੇ ਵਿੱਚ ਅੰਗਰੇਜ਼ੀ ਭਾਸ਼ਾ 'ਚ ਕੁਝ ਲਿਖਦਾ ਸੀ, ਕੋਈ ਖੱਤ ਲਿਖਦਾ ਸੀ, ਦੂਜੇ ਕੰਪਿਊਟਰ ਦੇ ਵਿੱਚ ਜਾ ਕੇ ਬਦਲ ਜਾਂਦਾ ਸੀ। ਇਸ ਤਰ੍ਹਾਂ ਦੀ ਸਮੱਸਿਆ ਤੋਂ ਬਚਣ ਦੇ ਲਈ ਇੱਕ ਸਟੈਂਡਰਡਾਈਜ਼ ਕੀਤਾ ਗਿਆ, ਇੱਕ ਮਿਆਰੀਕਰਨ ਕੀਤਾ ਗਿਆ, ਅਸਕਾਈ ਕੋਡ ਬਣਾ ਦਿੱਤਾ ਗਿਆ। ਅਸਕਾਈ ਕੋਡ ਜਿਹੜਾ ਹੈ ਉਹ 8 ਬਿੱਟ ਵਾਲਾ ਕੋਡ ਹੈ। 8 ਬਿੱਟ, ਬਿੱਟ ਦਾ ਮਤਲਬ ਹੁੰਦਾ ਅੱਖਰ। 8 ਬਿੱਟ ਦਾ ਮਤਲਬ ਹੈ 2 ਦੀ ਪਾਵਰ 8। 2 ਦੀ ਪਾਵਰ 8 ਦਾ ਮਤਲਬ ਬਣ ਗਿਆ 256। ਜੇ 2 ਨੂੰ 8 ਵਾਰੀ ਮਲਟੀਪਲਾਈ ਕਰਾਂਗੇ 256। ਔਰ ਇੱਥੇ 2 ਕਿਉਂ ਲਿਆ ਅਸੀਂ? ਕਿਉਂਕਿ ਜਿਹੜਾ ਸਾਡੇ ਕੋਲ ਕੰਪਿਊਟਰ ਦੇ ਵਿੱਚ ਨੰਬਰ ਸਿਸਟਮ ਯੂਜ਼ ਹੁੰਦਾ ਹੈ, ਉਹਦੇ ਵਿੱਚ ਅੰਕਾਂ ਦੀ ਗਿਣਤੀ 2 ਹੈ। ਉਸ ਬਾਈਨਰੀ ਸਿਸਟਮ ਦਾ ਰੈਡਿਕਸ ਜਾਂ ਬੇਸ 2 ਹੈ, ਉਸ ਕਰਕੇ 2 ਦੀ ਸ਼ਕਤੀ 8 ਲਿਆ ਸੀ। ਸੋ 256 ਅੱਖਰ ਇਸ ਅਸਕਾਈ ਵਾਲੇ ਕੋਡ ਤੋਂ ਵੱਧ ਅਸੀਂ 256 ਅੱਖਰ ਦਿਖਾ ਸਕਦੇ ਹਾਂ। ਇਸ ਤੋਂ ਜ਼ਿਆਦਾ ਅੱਖਰ ਅਸੀਂ ਇਸ ਕੋਡ ਦੇ ਵਿੱਚ ਨਹੀਂ ਦਿਖਾ ਸਕਦੇ। ਤਾਂ ਉਹਦੇ ਵਿੱਚ ਕੀ ਕੁਛ ਆ ਜਾਂਦਾ? ਫਿਰ ਉਹਦੇ ਵਿੱਚ ਦੇਖੋ, ਛੋਟੀ ਏ ਤੋਂ ABC ਵਾਲੇ ਅੱਖਰ, ਵੱਡੀ ABC ਵਾਲੇ ਅੱਖਰ, ਔਰ ਜਿੰਨੇ ਵੀ ਅੰਕ ਨੇ 0 ਤੋਂ 9 ਤੱਕ ਵਾਲੇ, ਔਰ ਜਿੰਨੇ ਵੀ ਸਿੰਬਲਸ ਨੇ ਉਹ ਸਾਰੇ ਸਿੰਬਲਸ ਵੀ ਇੱਥੇ ਆ ਜਾਂਦੇ ਨੇ। ਇਹ ਸਾਰੀਆਂ ਚੀਜ਼ਾਂ ਦੇ ਇਕੱਠਾ ਕਰ ਲਿਆ ਗਿਆ 256 ਅੱਖਰਾਂ ਦੇ ਵਿੱਚ ਅਸਕਾਈ ਕੋਡ ਨੂੰ। ਹੁਣ ਦੇਖੋ ਧਿਆਨ ਦੇ ਨਾਲ, ਇਸ ਸਕਰੀਨ ਦੇ ਵਿੱਚ ਜਿਹੜਾ ਮੈਂ ਦਿਖਾ ਰਿਹਾ ਤੁਹਾਨੂੰ, ਇਹ ਤੁਸੀਂ ਦੇਖ ਰਹੇ ਹੋ ਕੋਡ ਮੈਪਿੰਗ। ਕੋਡ ਮੈਪਿੰਗ ਦੇ ਵਿੱਚ ਧਿਆਨ ਨਾਲ ਦੇਖੋ ਕਿ ਜੇ ਤੁਸੀਂ ਸੀ ਕਰੈਕਟਰ ਪ੍ਰੈਸ ਕਰਦੇ ਹੋ, ਸੀ ਕਰੈਕਟਰ ਆਪਣੇ ਕੰਪਿਊਟਰ ਤੋਂ ਸੀ ਕਰੈਕਟਰ ਪ੍ਰੈਸ ਕਰਦੇ ਹੋ ਔਰ ਤੁਸੀਂ MS ਵਰਡ ਦੇ ਵਿੱਚ ਕੰਮ ਕਰ ਰਹੇ ਹੋ, ਵਰਡ ਦੇ ਵਿੱਚ, ਔਰ ਵਰਡ ਦੇ ਵਿੱਚ ਕੰਮ ਕਰਦੇ ਆ ਤੁਸੀਂ ਫੌਂਟ ਉਹਦੇ ਉੱਤੇ ਲਗਾ ਦਿੱਤਾ, ਅਪਲਾਈ ਕਰ ਦਿੱਤਾ ਅਨਮੋਲ ਲਿਪੀ। ਜੇ ਅਨਮੋਲ ਲਿਪੀ ਯਾਨੀ ਕਿ ਫੋਨੈਟਿਕ ਟਾਈਪਿੰਗ ਤੁਸੀਂ ਕਰ ਰਹੇ ਹੋ ਅਨਮੋਲ ਲਿਪੀ ਵਾਲੀ, ਤਾਂ ਸੀ ਤੋਂ ਕੀ ਬਣੇਗਾ? ਕੀ ਪਵੇਗਾ? ਚੱਚਾ। ਸੋ ਜਦੋਂ ਤੁਸੀਂ ਸੀ ਕਰੈਕਟਰ ਦੱਬਿਆ, ਉਹਦੇ ਵਿੱਚੋਂ ਕੋਡ ਨਿਕਲਿਆ 99, ਤੋਂ 99 ਨੇ ਚੱਚਾ ਪਾ ਦਿੱਤਾ। ਕਿਉਂਕਿ ਜਿਹੜਾ ਅਨਮੋਲ ਲਿਪੀ ਫੌਂਟ ਹੈ, ਇਹ ਵਾਲਾ ਅਨਮੋਲ ਲਿਪੀ ਫੌਂਟ, ਇਸ ਫੌਂਟ ਦਾ ਜਿਹੜਾ ਪ੍ਰੋਗਰਾਮ ਹੈ ਉਹਦੇ ਵਿੱਚ ਇੱਕ ਟੇਬਲ ਬਣਿਆ ਹੋਇਆ, ਜਿਹਦੇ ਵਿੱਚ ਲਿਖਿਆ ਹੋਇਆ 99 ਦਾ ਮਤਲਬ ਚੱਚਾ, 100 ਦਾ ਮਤਲਬ ਛੱਛਾ। ਸੋ ਇਸ ਤਰ੍ਹਾਂ ਕੋਡਾਂ ਦਾ ਇੱਕ ਟੇਬਲ ਬਣਿਆ ਹੋਇਆ। ਸੋ ਉਸ ਟੇਬਲ ਦੇ ਹਿਸਾਬ ਨਾਲ ਫੌਂਟ ਕੰਮ ਕਰਦੇ ਨੇ। ਜਦੋਂ 99 ਕੋਡ ਦੱਬਿਆ, ਕਿਵੇਂ? ਉਹ ਕੋਡ ਪਵੇਗਾ ਸੀ ਤੋਂ, ਤਾਂ ਅਨਮੋਲ ਲਿਪੀ ਦੇ ਵਿੱਚ ਤੁਹਾਨੂੰ ਚੱਚਾ ਮਿਲੂਗਾ। ਇਸੇ ਤਰ੍ਹਾਂ ਜੇਕਰ ਤੁਸੀਂ ਉਹਦੇ ਉੱਤੇ ਫੌਂਟ ਲਗਾ ਦਿੰਦੇ ਹੋ ਆਸੀਸ, ਤੇ ਫਿਰ ਸੀ ਕਰੈਕਟਰ ਦੱਬਦੇ ਹੋ ਤਾਂ ਤੁਹਾਨੂੰ ਫੱਫਾ ਮਿਲੇਗਾ। ਫੱਫਾ, ਇਹ ਜਿਹੜਾ ਫੱਫਾ ਕਿਉਂ ਮਿਲ ਰਿਹਾ? ਕਿਉਂਕਿ ਅਸੀਸ ਕਿਹੜਾ ਸਾਡੇ ਕੋਲ ਕੀਬੋਰਡ ਹੈ, ਫੋਨੈਟਿਕ ਕਿਸਮ ਦਾ ਕੀਬੋਰਡ ਹੈ। ਤੋ ਸੌਰੀ ਰਮਿੰਗਟਨ ਕਿਸਮ ਦਾ ਕੀਬੋਰਡ ਹੈ। ਤੋ ਅਸੀਸ ਵਾਲਾ ਜਿਹੜਾ ਰਮਿੰਗਟਨ ਕਿਸਮ ਦਾ ਕੀਬੋਰਡ ਹੈ, ਉਹਦੇ ਵਿੱਚ ਸੀ ਤੋਂ ਫੱਫਾ ਸਾਨੂੰ ਮਿਲੇਗਾ। ਸੀ ਤੋਂ ਫੱਫਾ ਰਮਿੰਗਟਨ ਦੇ ਵਿੱਚ, ਔਰ ਸੀ ਤੋਂ ਚੱਚਾ ਸਾਨੂੰ ਅਨਮੋਲ ਲਿਪੀ ਦੇ ਵਿੱਚ ਮਿਲੇਗਾ। ਇਹਦਾ ਮਤਲਬ ਕੰਪਿਊਟਰ ਦੇ ਪਿੱਛੇ ਇੱਕ ਫੌਂਟ ਮੈਪਿੰਗ ਨਾਂ ਦੀ ਚੀਜ਼ ਵੀ ਚਲਦੀ ਹੈ, ਜਿੱਥੋਂ ਮੈਪ ਕਰਕੇ ਵੱਖਰੇ ਵੱਖਰੇ ਅੱਖਰ ਪਾਏ ਜਾਂਦੇ ਨੇ। ਜੇ ਸੰਖੇਪ ਦੇ ਵਿੱਚ ਕਹਿਣਾ ਹੋਵੇ ਤਾਂ ਕੰਪਿਊਟਰ ਦੇ ਕੀਬੋਰਡ ਜਿਹੜਾ ਹੈ ਉਹ ਇੱਕ ਗੁਪਤ ਕੋਡ ਦੇ ਉੱਤੇ ਆਧਾਰ ਦੇ ਉੱਤੇ ਕੰਮ ਕਰਦਾ ਹੈ। ਅੰਗਰੇਜ਼ੀ ਦੇ ਅੱਖਰ ਜਦੋਂ ਅਸੀਂ ਪਾ ਰਹੇ ਹੁੰਦੇ ਹਾਂ ਤਾਂ ਉਦੋਂ ਅਸਕਾਈ ਕੋਡ ਦੇ ਆਧਾਰ ਦੇ ਉੱਤੇ ਕੰਮ ਕਰਦਾ ਹੈ। ਅਸਕਾਈ ਜਿਹੜਾ ਕੋਡ ਹੈ ਉਹ 2 ਦੀ ਸ਼ਕਤੀ 8 ਯਾਨੀ ਕਿ 256 ਅੱਖਰਾਂ ਨੂੰ ਇਹਦੇ ਵਿੱਚ ਅਸੀਂ ਪਾ ਸਕਦੇ ਹਾਂ। ਸੋ ਹੋਇਆ ਕੀ ਹੈ ਕਿ ਜਿਹੜੇ ਵੱਖਰੇ ਵੱਖਰੇ ਲੋਕ ਜਿਨ੍ਹਾਂ ਨੇ ਫੌਂਟ ਬਣਾਏ, ਫੌਂਟ ਬਣਾਉਣ ਵਾਲੇ ਲੋਕਾਂ ਨੇ ਇਸ ਚੀਜ਼ ਦਾ ਧਿਆਨ ਨਹੀਂ ਰੱਖਿਆ ਕਿ ਕੰਮ ਕਿਵੇਂ ਕਰਨਾ ਹੈ, ਫੌਂਟਾਂ ਨੂੰ ਕਿਵੇਂ ਸਟੈਂਡਰਡਾਈਜ਼ ਕਰਨਾ ਹੈ। ਸੋ ਉਹਦੇ ਵਿੱਚ ਜੇ ਅਸੀਂ ਸੀ ਅੱਖਰ ਪਾਉਂਦੇ ਹਾਂ, ਉਹਦੇ ਵਿੱਚ ਕੋਡ 99 ਨਿਕਲਦਾ ਹੈ, ਤਾਂ ਜਾਂ ਤਾਂ ਪੰਜਾਬੀ ਦੇ ਸਾਰੇ ਅੱਖਰਾਂ ਦੇ ਵਿੱਚ ਹੀ ਸੀ ਤੋਂ ਚੱਚਾ ਪੈਂਦਾ। ਜਿੰਨੇ ਹੀ 500 ਦੇ 500 ਫੌਂਟ ਨੇ, ਜੇ ਉਹਨਾਂ ਸਾਰਿਆਂ ਦੇ ਵਿੱਚ ਸੀ ਤੋਂ ਚੱਚਾ ਪੈਂਦਾ ਤਾਂ ਸਾਨੂੰ ਕੋਈ ਸਮੱਸਿਆ ਨਹੀਂ ਸੀ। ਸਮੱਸਿਆ ਕਦੋਂ ਹੋਈ? ਜਦੋਂ ਵੱਖਰੇ ਵੱਖਰੇ ਫੌਂਟ ਬਣਾਉਣ ਵਾਲੇ ਲੋਕਾਂ ਨੇ ਆਪਣੇ ਤਰੀਕੇ ਦੇ ਨਾਲ ਚੇਂਜਿਸ ਕਰ ਦਿੱਤੀਆਂ। ਕਿਸੇ ਨੇ ਸੀ ਤੋਂ ਚੱਚਾ ਪਾ ਦਿੱਤਾ ਤੇ ਦੂਸਰੇ ਬੰਦੇ ਨੇ ਸੀ ਤੋਂ ਪਾ ਦਿੱਤਾ ਜੀ ਪੱਪਾ।
ਸੋ ਉਹਦੇ ਨਾਲ ਕੀ ਹੋਇਆ, ਜੇ ਇੱਕ ਫੌਂਟ ਮੰਨ ਲਵੋ ਕੋਈ ਫੌਂਟ ਏ ਹੈ, ਏ ਨਾਂ ਦਾ ਕੋਈ ਫੌਂਟ ਹੈ, ਇਹ ਬੀ ਨਾਂ ਦਾ ਫੌਂਟ ਹੈ, ਏ ਨਾਂ ਦੇ ਫੌਂਟ ਦੇ ਵਿੱਚ ਸੀ ਤੋਂ ਚੱਚਾ ਪੈ ਰਿਹਾ ਔਰ ਬੀ ਨਾਂ ਦੇ ਫੌਂਟ ਦੇ ਵਿੱਚ ਸੀ ਤੋਂ ਪੱਪਾ ਪੈ ਰਿਹਾ। ਇਹਦਾ ਮਤਲਬ ਇਹ ਹੋਇਆ ਕਿ ਜੇ ਏ ਵਾਲਾ ਕੰਪਿਊਟਰ ਤੋਂ ਅਸੀਂ ਕੁਝ ਮੈਟਰ ਇੱਥੇ ਟਾਈਪ ਕਰਾਂਗੇ, ਮੰਨ ਲਓ ਚਰਖਾ ਟਾਈਪ ਕੀਤਾ, ਤਾਂ ਬੀ ਵਾਲੇ ਫੌਂਟ ਦੇ ਉੱਤੇ ਫੌਂਟ ਲਗਾ ਕੇ ਜਦੋਂ ਅਸੀਂ ਦੇਖਾਂਗੇ ਤੇ ਸਾਰੇ ਚੱਚੇ ਕਿਹਦੇ ਵਿੱਚ ਬਦਲ ਜਾਣਗੇ, ਪੱਪੇ ਵਿੱਚ ਬਦਲ ਜਾਣਗੇ। ਸੋ ਇੱਥੇ ਬਣ ਜਾਊਗਾ ਪਰਖਾ, ਯਾਨੀ ਕਿ ਅਰਥ ਅਨਰਥ ਹੋ ਜਾਣਗੇ। ਤਾਂ ਤੁਸੀਂ ਦੇਖਦੇ ਹੀ ਹੋ ਕਿ ਜੇ ਅਨਮੋਲ ਲਿਪੀ ਵਿੱਚ ਕੁਝ ਤੁਸੀਂ ਟਾਈਪ ਕਰਦੇ ਹੋ, ਦੂਜੇ ਕੰਪਿਊਟਰ ਦੇ ਵਿੱਚ ਜਾ ਕੇ ਮੈਟਰ ਕੀ ਹੈ ਉਹ ਬਦਲ ਜਾਂਦਾ ਹੈ, ਮੈਟਰ ਚੇਂਜ ਹੋ ਜਾਂਦਾ ਹੈ। ਬਹੁਤ ਵੱਡੀ ਮੁਸੀਬਤ ਦੇ ਵਿੱਚ ਅਸੀਂ ਪੈ ਜਾਂਦੇ ਹਾਂ। ਸਾਨੂੰ ਉਹ ਵਾਲੇ ਅੱਖਰ ਜਿਹੜੇ ਨੇ ਇਨ ਬਿਨ ਉਵੇਂ ਨਹੀਂ ਮਿਲਦੇ ਜਿਵੇਂ ਟਾਈਪ ਕਰਨ ਵਾਲੇ ਨੇ ਸਾਡੇ ਕੋਲ ਭੇਜੇ ਸੀਗੇ। ਇਸ ਦਾ ਵੱਡਾ ਕਾਰਨ ਇਹ ਹੈ ਕਿ ਜਿਹੜੇ 500 ਫੌਂਟ ਬਣੇ ਨੇ ਉਹਨਾਂ ਦਾ ਆਪਸ ਵਿੱਚ ਮਿਆਰ ਨਹੀਂ ਹੈ। ਦੂਸਰਾ ਹੈ ਕਿ ਇਹ ਅਸਕਾਈ ਕੋਡ ਦੇ ਉੱਤੇ ਆਧਾਰਿਤ ਨੇ। ਅਸਕਾਈ ਕੋਡ ਸਪੈਸ਼ਲ ਬਣਾਇਆ ਹੀ ਅੰਗਰੇਜ਼ੀ ਦੇ ਲਈ ਸੀਗਾ। ਉਸ ਟਾਈਮ ਇਸ ਚੀਜ਼ ਦਾ ਕਿਸੇ ਨੂੰ ਗਿਆਨ ਨਹੀਂ ਸੀ ਕਿ ਇਸ ਕੋਡ ਦੀ ਵਰਤੋਂ ਕਿਸੇ ਖੇਤਰੀ ਜ਼ੁਬਾਨ ਦੇ ਵਿੱਚ ਵੀ ਕੀਤੀ ਜਾ ਸਕਦੀ ਹੈ। ਸੋ ਉਦੋਂ ਇਸ ਸਮੱਸਿਆ ਨੂੰ ਹੱਲ ਕਰਨ ਦੇ ਲਈ ਟੈਂਪਰੇਰੀ ਹੱਲ ਕੀਤਾ ਗਿਆ। ਟੈਂਪਰੇਰੀ ਹੱਲ ਕਰਕੇ ਪੰਜਾਬੀ ਭਾਸ਼ਾ ਦੇ ਲਈ ਅਸੀਂ ਉਹੀ ਅੰਗਰੇਜ਼ੀ ਵਾਲਾ ਕੋਡ ਜਿਹੜਾ ਹੈ ਉਹ ਯੂਜ਼ ਕਰਨਾ ਸ਼ੁਰੂ ਕਰ ਦਿੱਤਾ। ਪਰ ਸਮੱਸਿਆ ਇਹ ਆਈ ਕਿ ਇੱਕ ਕੰਪਿਊਟਰ ਦੇ ਵਿੱਚ ਕੁਝ ਵੀ ਅਸੀਂ ਮੈਟਰ ਟਾਈਪ ਕਰਦੇ ਹਾਂ, ਦੂਜੇ ਕੰਪਿਊਟਰ ਦੇ ਵਿੱਚ ਜਦੋਂ ਉਹ ਮੈਟਰ ਜਾਂਦਾ ਹੈ ਤਾਂ ਉਹ ਬਦਲ ਜਾਂਦਾ ਹੈ। ਜੇ ਅਸੀਂ ਇੱਥੇ ਚੱਚਾ ਲਿਖਦੇ ਹਾਂ ਤਾਂ ਦੂਜੇ ਪਾਸੇ ਜਾ ਕੇ ਸਾਡੇ ਕੋਲ ਫੱਫਾ ਬਣ ਜਾਂਦਾ ਹੈ। ਸੋ ਇਸ ਸਮੱਸਿਆ ਜਿਹੜੀ ਹੈ ਬਹੁਤ ਗਹਿਰੀ ਹੁੰਦੀ ਗਈ ਔਰ ਜਦੋਂ 1991 ਦੇ ਵਿੱਚ ਡਾਕਟਰ ਕੁਲਬੀਰ ਸਿੰਘ ਥਿੰਦ ਨਾਂ ਦੇ ਇੱਕ ਵਿਅਕਤੀ ਨੇ, ਡਾਕਟਰ ਕੁਲਬੀਰ ਸਿੰਘ ਥਿੰਦ, ਠੀਕ ਹੈ ਜੀ, ਅਮਰੀਕਾ ਦੇ ਵਿੱਚ ਰਹਿੰਦੇ ਨੇ। 1991 ਦੇ ਵਿੱਚ ਇਹਨਾਂ ਨੇ ਸਭ ਤੋਂ ਪਹਿਲਾਂ ਪੰਜਾਬੀ ਫੌਂਟ ਬਣਾਇਆ। ਸਭ ਤੋਂ ਪਹਿਲਾਂ ਪੰਜਾਬੀ ਦਾ ਫੌਂਟ ਜਿਹੜਾ ਹੈ ਉਹਨਾਂ ਨੇ ਬਣਾਇਆ। ਸੋ ਇਸ ਕਰਕੇ ਅਸੀਂ ਡਾਕਟਰ ਕੁਲਬੀਰ ਸਿੰਘ ਥਿੰਦ ਨੂੰ ਪੰਜਾਬੀ ਫੌਂਟਾਂ ਦਾ ਪਿਤਾਮਾ ਕਹਿੰਦੇ ਹਾਂ। ਸੋ ਇਹਨਾਂ ਨੇ ਜਦੋਂ ਫੌਂਟ ਬਣਾਇਆ ਉਹ ਵੀ ਇਸ ਕਿਸਮ ਦਾ ਪੁਰਾਣੇ ਤਰੀਕੇ ਵਾਲਾ ਸੀਗਾ, ਅੰਗਰੇਜ਼ੀ ਬੇਸ ਸੀਗਾ, ਅਸਕਾਈ ਵਾਲਾ ਫੌਂਟ ਸੀਗਾ। ਸੋ ਉਹਨਾਂ ਨੇ ਇਕੱਲਾ ਉਸ ਟਾਈਮ ਹੀ ਫੌਂਟ ਨਹੀਂ ਬਣਾਇਆ, ਉੱਥੋਂ ਲੈ ਕੇ ਲਗਾਤਾਰ ਇਹ ਫੌਂਟ ਬਣਾ ਰਹੇ ਨੇ। ਔਰ ਜਿਹੜਾ ਅੰਮ੍ਰਿਤ ਲਿਪੀ, ਅਨਮੋਲ ਲਿਪੀ ਫੌਂਟ ਤੁਸੀਂ ਵਰਤਦੇ ਹੋ ਤੇ ਅਸੀਸ ਫੌਂਟ ਵਰਤਦੇ ਹੋ, ਇਹ ਵੀ ਡਾਕਟਰ ਕੁਲਬੀਰ ਸਿੰਘ ਥਿੰਦ ਦੇ ਬਣਾਏ ਹੋਏ ਨੇ। ਹਾਲਾਂਕਿ ਇਹ ਪੁਰਾਣੇ ਫੌਂਟ ਨੇ, ਪਰ ਜਿਵੇਂ ਯੂਨੀਕੋਡ ਦਾ ਦੌਰ ਆਇਆ ਤਾਂ ਯੂਨੀਕੋਡ ਦੇ ਦੌਰ ਦੇ ਵਿੱਚ ਵੀ ਡਾਕਟਰ ਕੁਲਬੀਰ ਸਿੰਘ ਥਿੰਦ ਨੇ ਯੂਨੀਕੋਡ ਵਾਲੇ ਵੀ ਕਈ ਫੌਂਟ ਬਣਾਏ ਨੇ। ਇੱਥੇ ਮੈਂ ਸਨ ਗਲਤ ਲਿਖ ਦਿੱਤਾ, 1984 ਦੇ ਵਿੱਚ ਜਿਹੜਾ ਸੀ ਪੰਜਾਬੀ ਦਾ ਪਹਿਲਾ ਫੌਂਟ ਬਣਾਇਆ ਗਿਆ ਸੀਗਾ। ਹੁਣ ਇਹਦਾ ਮਤਲਬ ਇੱਕ ਬਹੁਤ ਵੱਡੀ ਸਮੱਸਿਆ ਦੇ ਵਿੱਚ ਅਸੀਂ ਪੈ ਗਏ। ਸਮੱਸਿਆ ਕੀ ਆ ਰਹੀ ਹੈ ਕਿ ਖੇਤਰੀ ਜ਼ੁਬਾਨਾਂ ਦੇ ਵਿੱਚ ਟਾਈਪ ਕਰਨ ਦੀ ਸਮੱਸਿਆ ਆ ਰਹੀ ਹੈ। ਖੇਤਰੀ ਜ਼ੁਬਾਨਾਂ ਦੇ ਵਿੱਚ ਤੁਹਾਡੀ ਆਵਾਜ਼ ਨਹੀਂ ਪਹੁੰਚ ਰਹੀ ਜੀ। ਹਾਂਜੀ, ਆਵਾਜ਼ ਪਹੁੰਚ ਰਹੀ ਹੈ ਬਾਕੀ ਵਿਦਿਆਰਥੀਆਂ ਨੂੰ? ਹਾਂਜੀ ਸਰ। ਹਾਂਜੀ ਸਰ। ਹਾਂਜੀ ਸਰ। ਤੁਹਾਡੇ ਨੈਟਵਰਕ ਦੀ ਪ੍ਰੋਬਲਮ ਹੋ ਸਕਦੀ ਰਾਜੇ, ਨੈਟਵਰਕ ਦੀ ਪ੍ਰੋਬਲਮ ਹੋ ਸਕਦੀ ਜੇ ਆਵਾਜ਼ ਨਹੀਂ ਪਹੁੰਚ ਰਹੀ। ਠੀਕ ਹੈ ਜੀ। ਸੋ ਇਸ ਕਰਕੇ ਕੀ ਦਿੱਕਤ ਹੋਈ ਕਿ ਖੇਤਰੀ ਜ਼ੁਬਾਨਾਂ ਦੇ ਵਿੱਚ ਕੰਮ ਕਰਨਾ ਬਹੁਤ ਔਖਾ ਹੋ ਗਿਆ। 1984 ਦੇ ਵਿੱਚ ਪਹਿਲਾ ਫੌਂਟ ਬਣਿਆ। ਇਸ ਸਮੱਸਿਆ ਨੂੰ ਹੱਲ ਕਰਨ ਦੀ 1991 ਦੇ ਵਿੱਚ ਪੂਰੀ ਦੁਨੀਆ ਦੇ ਕੰਪਿਊਟਰ ਵਿਗਿਆਨੀ ਤੇ ਭਾਸ਼ਾ ਵਿਗਿਆਨੀ ਇਕੱਠੇ ਹੋਏ। ਉਹਨਾਂ ਨੇ ਇੱਕ ਵਿਉਂਤਬੰਦੀ ਬਣਾਈ ਕਿ ਇੱਕ ਕੰਪਿਊਟਰ ਦੇ ਉੱਤੇ ਜਦੋਂ ਅਸੀਂ ਟਾਈਪ ਕਰਕੇ ਮੈਟਰ ਦੂਜੇ ਬੰਦੇ ਨੂੰ ਭੇਜਦੇ ਹਾਂ ਤਾਂ ਉਸ ਮੈਟਰ ਦੇ ਵਿੱਚ ਜਿਹੜੀ ਤਬਦੀਲੀ ਹੋ ਜਾਂਦੀ ਹੈ ਉਹਦਾ ਹੱਲ ਕੀ ਕੱਢਿਆ ਜਾਵੇ। ਸੋ ਉਹਨਾਂ ਨੇ ਇੱਕ ਕੰਸੋਰਟੀਅਮ ਬਣਾਇਆ, ਇੱਕ ਬਹੁਤ ਵੱਡਾ ਸੰਘ ਬਣਾਇਆ ਤੇ ਉਹਨਾਂ ਨੇ ਇੱਕ ਨਵਾਂ ਕੋਡ ਡਿਵੈਲਪ ਕੀਤਾ ਜਿਹਦਾ ਨਾਮ ਯੂਨੀਕੋਡ ਸੀਗਾ। ਯੂਨੀਕੋਡ ਮੀਨਸ ਯੂਨੀਵਰਸਲ ਕੋਡ। ਜਿਹੜਾ ਪੁਰਾਣੇ ਟਾਈਮ ਅਸਕਾਈ ਸੀਗਾ, ਅਸਕਾਈ ਯੂਨੀਵਰਸਲ ਕੋਡ ਨਹੀਂ ਸੀ, ਸਿਰਫ ਅੰਗਰੇਜ਼ੀ ਵਾਸਤੇ ਬਣਾਇਆ ਗਿਆ ਸੀ। ਤਾਂ ਉਸ ਟਾਈਮ ਉਹ ਭਾਸ਼ਾਵਾਂ ਜਿਹੜੀਆਂ ਖੇਤਰੀ ਜ਼ੁਬਾਨਾਂ ਨੇ, ਜਿਹੜੀਆਂ ਨੌਨ ਲੈਟਿਨ ਨੇ, ਉਹ ਭਾਸ਼ਾਵਾਂ ਨੂੰ ਬਹੁਤ ਪਿੱਛੇ ਛੱਡ ਦਿੱਤਾ ਅਸਕਾਈ ਕੋਡ ਨੇ, ਕਿਉਂਕਿ ਅਸਕਾਈ ਕੋਡ ਬਣਨ ਦੇ ਨਾਲ
ਨਵੇਂ ਫੌਂਟ ਹੋਂਦ ਵਿੱਚ ਆਏ, ਜਿਵੇਂ ਪੰਜਾਬੀ ਦੇ ਵਿੱਚ 500 ਤੋਂ ਵੱਧ ਫੌਂਟ ਜਿਹੜੇ ਨੇ ਉਹ ਅਸਕਾਈ ਬੇਸ ਯਾਨੀ ਕਿ ਗਲਤ ਤਰੀਕੇ ਵਾਲੇ ਫੌਂਟ ਬਣ ਗਏ। ਬਣਾਉਣੇ ਮਜਬੂਰੀ ਸੀ ਕਿਉਂਕਿ ਉਸ ਟਾਈਮ ਕੋਈ ਹੋਰ ਉਪਾਅ ਨਹੀਂ ਸੀਗਾ। ਸੋ ਉਸ ਫੌਂਟਾਂ ਨੂੰ ਜਦੋਂ ਪੁਰਾਣੇ ਟਾਈਪ ਦੇ ਫੌਂਟ ਬਣਾਏ ਗਏ ਤਾਂ ਉਹਨਾਂ ਵਿੱਚ ਸਮੱਸਿਆਵਾਂ ਜਿਹੜੀਆਂ ਆਈਆਂ ਉਹਨਾਂ ਦੇ ਬਾਰੇ ਅਸੀਂ ਚਰਚਾ ਕਰ ਚੁੱਕੇ ਹਾਂ। ਪਰ ਉਹ ਫੌਂਟ ਬਣਾਉਣੇ ਉਸ ਸਮੇਂ ਦੀ ਇੱਕ ਮਜਬੂਰੀ ਸੀ। ਪਰ ਜਦੋਂ 1991 ਆਇਆ ਤਾਂ ਉਦੋਂ ਯੂਨੀਕੋਡ ਫੌਂਟ ਵਿਗਿਆਨੀਆਂ ਨੇ ਬਣਾ ਦਿੱਤਾ। ਯੂਨੀਕੋਡ ਜਿਹੜਾ ਫੌਂਟ ਹੈ ਉਹ 16 ਬਿਟ ਵਾਲਾ ਕੋਡ ਹੈ। ਯੂਨੀਕੋਡ 16 ਬਿਟ ਵਾਲਾ ਕੋਡ ਹੈ, ਯਾਨੀ ਕਿ 2 ਦੀ ਸ਼ਕਤੀ ਜੇ 16 ਕਰ ਜਾਈਏ ਤਾਂ 65,000 ਦੇ ਕਰੀਬ ਅੱਖਰ ਅਸੀਂ ਇਸ ਕੋਡ ਦੇ ਵਿੱਚ, ਜਿਹੜਾ ਕਿ ਯੂਨੀਕੋਡ ਹੈ, ਇਸ ਕੋਡ ਦੇ ਵਿੱਚ 65,000 ਅੱਖਰ ਰੱਖ ਸਕਦੇ ਹਾਂ। ਠੀਕ ਹੈ ਜੀ। ਸੋ ਇੱਕ ਜਿਹੜੀ ਸਮੱਸਿਆ ਸੀ ਕਿ ਸਿਰਫ 256 ਅੱਖਰ ਹੀ ਅਸੀਂ ਅਸਕਾਈ ਦੇ ਵਿੱਚ ਰੱਖ ਸਕਦੇ ਸੀਗੇ। ਉਸ ਸਮੱਸਿਆ ਦਾ ਹੱਲ ਨਿਕਲ ਗਿਆ ਕਿ ਉਹਦਾ ਜਿਹੜਾ ਦਾਇਰਾ ਹੈ, ਉਹਦਾ ਜਿਹੜਾ ਆਕਾਰ ਹੈ ਉਹ ਵੱਡਾ ਕਰ ਦਿੱਤਾ ਗਿਆ ਯੂਨੀਕੋਡ ਦੇ ਰੂਪ ਦੇ ਵਿੱਚ। ਤਾਂ ਹੁਣ ਫਾਇਦਾ ਇਹ ਹੋ ਗਿਆ ਕਿ ਤੁਸੀਂ ਇਹਦੇ ਵਿੱਚ ਅੰਗਰੇਜ਼ੀ ਭਾਸ਼ਾ ਵੀ ਰੱਖ ਸਕਦੇ ਹੋ, ਪੰਜਾਬੀ ਵੀ ਰੱਖ ਸਕਦੇ ਹੋ, ਹਿੰਦੀ ਵੀ ਰੱਖ ਸਕਦੇ ਹੋ, ਉਰਦੂ ਵੀ ਰੱਖ ਸਕਦੇ ਹੋ। ਮੈਂ ਇੱਥੇ ਹੁਣ ਕਿਹੜੀ ਭਾਸ਼ਾ ਦਾ ਨਾਮ ਲਵਾਂ, ਉਹ ਸਾਰੀਆਂ ਭਾਸ਼ਾਵਾਂ ਜਿਨ੍ਹਾਂ ਦੀ ਆਪਣੀ ਲਿਪੀ ਹੈ ਉਹ ਸਾਰੀਆਂ ਭਾਸ਼ਾਵਾਂ ਨੂੰ ਯੂਨੀਕੋਡ ਦੇ ਉੱਤੇ ਥਾਂ ਮਿਲ ਗਈ ਔਰ ਹਰੇਕ ਭਾਸ਼ਾ ਨੂੰ ਆਪਣਾ ਇੱਕ ਵੱਖਰਾ ਥਾਂ ਮਿਲ ਗਿਆ। ਇਹਦੇ ਵਿੱਚ ਤਾਂ ਇਕੱਲੀ ਅੰਗਰੇਜ਼ੀ ਨੂੰ ਥਾਂ ਮਿਲੀ ਹੋਈ ਸੀ। ਅਸੀਂ ਜਿਹੜੀ ਪੰਜਾਬੀ ਦੇ ਫੌਂਟ ਬਣਾਏ ਸੀ ਉਹ ਅੰਗਰੇਜ਼ੀ ਦੇ ਅੱਖਰਾਂ ਨੂੰ ਹਟਾ ਕੇ ਬਣਾਏ ਸੀ। ਜੇ ਏ ਸੀ, ਏ ਨੂੰ ਹਟਾ ਕੇ ਅਸੀਂ ਲਿਖ ਦਿੱਤਾ ਊੜਾ, ਜਿੱਥੇ ਸੀ ਸੀਗਾ ਉਹਨੂੰ ਹਟਾ ਕੇ ਅਸੀਂ ਲਿਖ ਦਿੱਤਾ ਚੱਚਾ। ਪਰ ਹੁਣ ਜਿਹੜਾ ਯੂਨੀਕੋਡ ਹੈ ਇਹਦੇ ਵਿੱਚ ਹਰ ਇੱਕ ਅੱਖਰ ਦੀ, ਹਰ ਇੱਕ ਭਾਸ਼ਾ ਦੀ ਇੱਕ ਆਪਣੀ ਥਾਂ ਹੈ। ਜਿਵੇਂ ਇੱਥੋਂ ਲੈ ਕੇ ਕੋਡ 0 ਤੋਂ ਲੈ ਕੇ 256 ਤੱਕ ਜਿਹੜਾ ਥਾਂ, ਜਿਹੜਾ ਏਰੀਆ ਉਹ ਅੰਗਰੇਜ਼ੀ ਨੂੰ ਦੇ ਦਿੱਤਾ ਅਸੀਂ। ਇਸੇ ਤਰ੍ਹਾਂ ਅਗਾਂਹ ਕੁਛ ਥਾਂ ਵੰਡ ਦਿੱਤੀ ਹੋਰ ਭਾਸ਼ਾ ਨੂੰ, ਇਵੇਂ ਪੰਜਾਬੀ ਨੂੰ ਵੀ ਥਾਂ ਮਿਲ ਗਈ, ਇਵੇਂ ਹਿੰਦੀ ਨੂੰ ਵੀ ਥਾਂ ਮਿਲ ਗਈ, ਸਾਰੀਆਂ ਭਾਸ਼ਾਵਾਂ ਨੂੰ ਬਰਾਬਰ ਥਾਂ ਮਿਲ ਗਈ। ਹੁਣ ਕੀ ਹੋ ਗਿਆ ਕਿ ਯੂਨੀਕੋਡ ਦੇ ਵਿੱਚ, ਯੂਨੀਕੋਡ ਆਧਾਰਿਤ ਫੌਂਟ ਦੇ ਵਿੱਚ ਲਿਖਿਆ ਹੋਇਆ ਕੋਈ ਵੀ ਮੈਟਰ ਕਿਸੇ ਵੀ ਕੰਪਿਊਟਰ 'ਤੇ ਨਹੀਂ ਬਦਲਦਾ। ਇੱਥੋਂ ਤੱਕ ਕਿ ਤੁਸੀਂ ਕਿਸੇ ਸਮਾਰਟਫੋਨ ਦੇ ਉੱਤੇ ਜਾਂ ਕਿਸੇ ਟੈਬਲੇਟ ਦੇ ਉੱਤੇ ਵੀ ਯੂਨੀਕੋਡ ਵਿੱਚ ਟਾਈਪ ਕੀਤਾ ਹੋਇਆ ਮੈਟਰ ਜੇ ਕਿਸੇ ਹੋਰ ਥਾਂ 'ਤੇ, ਦੁਨੀਆ ਦੇ ਕਿਸੇ ਵੀ ਕੋਨੇ 'ਤੇ ਖੋਲ੍ਹਣ ਦਾ ਯਤਨ ਕਰੋ, ਉਹ ਫਿਕਸ ਰਹੇਗਾ, ਉਹ ਨਹੀਂ ਚੇਂਜ ਹੋਏਗਾ। ਉਹੀ ਸਿੱਟਾ ਹੈ ਕਿ ਅੱਜ ਤੁਸੀਂ ਦੇਖ ਰਹੇ ਹੋ ਕਿ ਮੋਬਾਈਲ ਫੋਨਾਂ ਦੇ ਵਿੱਚ ਵੀ ਪੰਜਾਬੀ ਜਿਹੜੀ ਹੈ ਬੜੀ ਸੋਹਣੀ ਤਰੀਕੇ ਨਾਲ ਖੁੱਲ੍ਹ ਰਹੀ ਹੈ। ਔਰ ਇਹ ਵੀ ਚੇਤਾ ਕਰੋ ਕਿ 5-6 ਸਾਲ ਪਹਿਲਾਂ ਜਦੋਂ ਮੋਬਾਈਲ ਸਮਾਰਟਫੋਨ ਜਿਹੜੇ ਅਜੇ ਉਹਨੇ ਵਿਕਸਿਤ ਨਹੀਂ ਹੋਏ ਸੀ, ਉਸ ਟਾਈਮ ਪੰਜਾਬੀ ਭਾਸ਼ਾ ਮੋਬਾਈਲਾਂ ਦੇ ਉੱਤੇ ਨਜ਼ਰ ਨਹੀਂ ਆਉਂਦੀ ਸੀ। ਤਾਂ ਜਿਹੜੇ ਨਵੇਂ ਚੰਗੇ ਫ਼ੋਨ ਆਏ ਉਹਨਾਂ ਦੇ ਵਿੱਚ ਨਜ਼ਰ ਆਉਂਦੀ ਸੀ। ਹੁਣ ਹਰੇਕ ਫ਼ੋਨ ਦੇ ਵਿੱਚ ਪੰਜਾਬੀ, ਹਿੰਦੀ, ਉਰਦੂ ਕਿਸੇ ਵੀ ਜ਼ੁਬਾਨ ਦਾ ਕੋਈ ਮੈਟਰ ਆ ਜਾਂਦਾ ਹੈ WhatsApp ਦੇ ਉੱਤੇ ਅਤੇ ਉਹ ਸਾਨੂੰ ਨਜ਼ਰ ਆਉਂਦਾ ਹੈ। ਕਾਰਨ ਇਹ ਹੈ ਕਿ ਇੱਕ ਇਹ ਸਟੈਂਡਰਡ ਬਣ ਗਿਆ ਔਰ ਜਿੰਨਾ ਵੀ ਮੈਟਰ ਟਾਈਪ ਕੀਤਾ ਜਾ ਰਿਹਾ ਉਹ ਯੂਨੀਕੋਡ ਫੌਂਟਾਂ ਦੇ ਵਿੱਚ ਟਾਈਪ ਕੀਤਾ ਜਾ ਰਿਹਾ। ਲੋ ਆਪਾਂ ਇੱਕ PPT ਦੇ ਰਾਹੀਂ ਫਟਾਫਟ ਝਲਕ ਮਾਰਦੇ ਹਾਂ ਕਿ ਕਰਨਾ ਕੀ ਹੈ। ਲੋ ਜੀ, ਇਹ ਸਾਡੇ ਕੋਲ PPT ਹੈ। ਜੀ, ਇਹ ਆਪਣੇ ਕੋਲ ਕੱਲ੍ਹ ਵਾਲੀ PPT ਹੈ। ਅੱਜ ਵਾਲੀ ਜਿਹੜੀ ਯੂਨੀਕੋਡ ਵਾਲੀ PPT ਅਸੀਂ ਤੁਹਾਨੂੰ ਇੱਥੇ ਦਿਖਾ ਰਹੇ ਹਾਂ। ਮਾਈਕ੍ਰੋਫੋਨ ਖੁੱਲ੍ਹਾ ਹੈ ਕਿਸੇ ਵਿਦਿਆਰਥੀ ਦਾ, ਮਾਈਕ੍ਰੋਫੋਨ ਬੰਦ ਕਰ ਲਓ ਜੀ। ਤਕਨੀਕੀ ਪੱਖ ਆਪਾਂ ਦੇਖ ਲਿਆ ਹੈ ਇਸ ਯੂਨੀਕੋਡ ਦਾ। ਤੁਸੀਂ ਦੇਖਿਆ ਕਿ ਕਿਸ ਤਰ੍ਹਾਂ ਅਸੀਂ ਸੀ ਟਾਈਪ ਕਰਦੇ ਹਾਂ ਏਰੀਅਲ ਫੌਂਟ ਦੇ ਵਿੱਚ, ਤਾਂ ਸੀ ਤੋਂ ਸੀ ਹੀ ਪੈਂਦਾ ਅਤੇ ਇਹਦੇ ਪਿੱਛੇ ਜਿਹੜਾ ਕੋਡ, ਅਸਕਾਈ ਕੋਡ ਕੰਮ ਕਰ ਰਿਹਾ ਉਹ 99 ਹੈ। ਜਦੋਂ ਵਰਡ ਦੇ ਵਿੱਚ ਅਸੀਂ ਅਨਮੋਲ ਲਿਪੀ ਫੌਂਟ ਲਗਾ ਕੇ ਸੀ ਪ੍ਰੈਸ ਕਰਦੇ ਹਾਂ ਤਾਂ ਚੱਚਾ ਪੈਂਦਾ, ਪਰ ਜੇ ਅਸੀਂ ਅਸੀਸ ਫੌਂਟ ਲਗਾਈਏ ਤਾਂ ਫੱਫਾ ਪੈਂਦਾ। ਸੋ ਇੱਥੇ ਸਾਨੂੰ ਬਹੁਤ ਵੱਡਾ ਮਸਲਾ ਸਾਡੇ ਸਾਹਮਣੇ ਆ ਗਿਆ ਕਿ ਜੇ ਅਨਮੋਲ ਲਿਪੀ ਵਿੱਚ ਟਾਈਪ ਕਰਾਂਗੇ, ਦੂਜੇ ਕੰਪਿਊਟਰ ਦੇ ਵਿੱਚ ਉਹ ਲੈਟਰ ਅਨਮੋਲ ਲਿਪੀ ਵਾਲਾ ਲੈ ਕੇ ਜਾਵਾਂਗੇ ਪੈਨ ਡਰਾਈਵ ਦੇ ਰਾਹੀਂ, ਈਮੇਲ ਦੇ ਰਾਹੀਂ, ਜੇ ਉੱਥੇ ਸਾਡੇ ਕੋਲ ਅਨਮੋਲ ਲਿਪੀ ਨਹੀਂ ਹੋਏਗਾ, ਅਸੀਸ ਹੋਏਗਾ, ਤਾਂ ਅਸੀਸ ਫੌਂਟ ਦੇ ਵਿੱਚ ਜੇ ਅਸੀਂ ਅੱਖਰ ਵੇਖਾਂਗੇ ਤਾਂ ਸਾਰੇ ਚੱਚੇ ਜਿਹੜੇ ਨੇ ਉਹ ਫੱਫੇ ਦੇ ਵਿੱਚ ਬਦਲੇ ਹੋਏ ਮਿਲਣਗੇ, ਕਿਉਂਕਿ ਉੱਥੇ ਸੀ ਤੋਂ ਚੱਚਾ ਪੈ ਰਿਹਾ ਸੀ ਔਰ ਨਵੇਂ ਫੌਂਟ ਦੇ ਵਿੱਚ ਸੀ ਨੂੰ ਫੱਫੇ ਨਾਲ ਮਿਲਾਇਆ ਗਿਆ। ਇਸ ਚੀਜ਼ ਨੂੰ ਧਿਆਨ ਦੇ ਵਿੱਚ ਰੱਖਣ ਦੇ ਲਈ ਤੁਸੀਂ ਇੱਕ ਹੋਰ ਐਗਜ਼ਾਮਪਲ ਦੇਖੋ।
ਅਨਮੋਲ ਲਿਪੀ ਦੇ ਵਿੱਚ ਕੁਝ ਮੈਂ ਇੱਥੇ ਉਦਾਹਰਨਾਂ ਟਾਈਪ ਕੀਤੀਆਂ ਨੇ, ਕੁਝ ਸ਼ਬਦ ਟਾਈਪ ਕੀਤੇ ਨੇ, ਚਾਕ, ਚਾਰਾ, ਚੌਂਕੇ, ਚੌੜਾ। ਜੇ ਮੈਂ ਉਹਦੇ ਉੱਤੇ ਅਨਮੋਲ ਲਿਪੀ ਦੇ ਉੱਤੇ ਫੌਂਟ ਲਗਾ ਦੇਣਾ DR ਚਾਤ੍ਰਿਕ, ਤਾਂ ਤੁਸੀਂ ਦੇਖਿਆ ਹੈ ਕਿ ਸਾਰੇ ਕੰਨੇ ਜਿਹੜੇ ਨੇ ਉਹ ਅੱਧਕ ਵਿੱਚ ਬਦਲ ਗਏ। ਕਾਰਨ ਇਹ ਹੈ ਕਿ ਜਿਹੜੇ ਸ਼ਬਦ ਤੋਂ W ਤੋਂ ਕੰਨਾ ਪੈਂਦਾ ਹੈ ਅਨਮੋਲ ਲਿਪੀ ਦੇ ਵਿੱਚ, ਜਿਨ੍ਹਾਂ ਨੇ ਅਨਮੋਲ ਲਿਪੀ ਕੀਤੀ ਉਹਨਾਂ ਨੂੰ ਪਤਾ ਹੋਣਾ ਹੈ W ਤੋਂ ਕੰਨਾ ਪੈਂਦਾ ਹੈ, ਪਰ ਇੱਥੇ W ਤੋਂ ਕੰਨਾ ਨਹੀਂ ਪੈਂਦਾ, ਇੱਥੇ ਕਿਸੇ ਹੋਰ ਅੱਖਰ ਤੋਂ ਕੰਨਾ ਪੈਂਦਾ। ਇਸ ਕਰਕੇ ਸਾਰੇ ਦੇ ਸਾਰੇ ਕੰਨੇ ਜਿਹੜੇ ਨੇ ਉਹ ਅੱਧਕ ਵਿੱਚ ਬਦਲ ਗਏ। ਥੋੜੀ ਜਿਹੀ ਤਬਦੀਲੀ ਹੋਈ ਹੈ, ਕਾਰਨ ਇਹ ਹੈ ਕਿ ਦੋਨੇ ਹੀ ਇੱਕ ਕਿਸਮ ਦੇ ਫੌਂਟ ਨੇ, ਦੋਨੇ ਫੋਨੈਟਿਕ ਨੇ, ਦੋਨੇ ਫੋਨੈਟਿਕ ਦੇ ਹੋਣ ਦੇ ਬਾਵਜੂਦ ਵੀ ਚੇਂਜਿਸ ਨੇ। ਅਗਲਾ ਫੌਂਟ ਅਸੀਂ ਜਦੋਂ ਇਹਦੇ ਤੇ ਆਸੀਸ ਲਗਾਉਂਦੇ ਹਾਂ, ਆਸੀਸ ਰਿਮਿੰਗਟਨ ਹੈ, ਉਸ ਕਰਕੇ ਚੇਂਜਿਸ ਬਹੁਤ ਵੱਡੇ ਪੱਧਰ ਤੇ ਹੋ ਜਾਂਦੀਆਂ ਨੇ। ਤੁਸੀਂ ਦੇਖਿਆ ਕਿ ਅਰਥ ਅਨਰਥ ਹੋ ਗਏ। ਸੋ ਇਹ ਕਾਰਨ ਸੀ ਕਿ ਇੱਕ ਕੰਪਿਊਟਰ ਵਿੱਚ ਟਾਈਪ ਕੀਤਾ ਮੈਟਰ ਦੂਜੇ ਵਿੱਚ ਜਾ ਕੇ ਬਦਲ ਜਾਂਦਾ ਸੀ। ਸੋ ਇਹਦਾ ਇੱਕ ਜਿਹੜਾ ਟੈਂਪਰੇਰੀ ਸੋਲਿਊਸ਼ਨ ਇਹ ਹੈ ਕਿ ਪੁਰਾਣਾ ਟਾਈਪ ਕੀਤਾ ਹੋਇਆ ਜਿਹੜਾ ਤੁਹਾਡਾ ਮੈਟਰ ਹੈ, ਅਨਮੋਲ ਲਿਪੀ ਵਿੱਚ ਹੋਵੇ ਚਾਹੇ ਆਸੀਸ ਵਿੱਚ ਹੋਵੇ, ਉਸ ਮੈਟਰ ਨੂੰ ਤੁਸੀਂ ਇੱਕ ਸੌਫਟਵੇਅਰ ਹੈ ਜਿਹਨੂੰ ਫੌਂਟ ਕਨਵਰਟਰ ਕਹਿੰਦੇ ਆ, ਉਸ ਫੌਂਟ ਕਨਵਰਟਰ ਦੇ ਰਾਹੀਂ ਤੁਸੀਂ ਇੱਕ ਫੌਂਟ ਨੂੰ ਦੂਜੇ ਫੌਂਟ ਦੇ ਵਿੱਚ ਬਦਲ ਸਕਦੇ ਹੋ। ਪਰ ਇਹ ਇੱਕ ਆਰਜ਼ੀ ਹੱਲ ਹੈ, ਇਹ ਕੋਈ ਪੱਕਾ ਹੱਲ ਨਹੀਂ, ਕਿਉਂਕਿ ਫੌਂਟ ਕਨਵਰਟਰ ਜਿਹੜੇ ਸੌਫਟਵੇਅਰ ਨੇ ਉਹਨਾਂ ਦੇ ਵਿੱਚ ਕੁਝ ਆਪਣੀਆਂ ਵੀ ਸਮੱਸਿਆਵਾਂ ਹੋ ਸਕਦੀਆਂ ਨੇ, ਤੁਹਾਡੀ ਆਉਟਪੁੱਟ ਸਹੀ ਨਹੀਂ ਵੀ ਆ ਸਕਦੀ। ਸੋ ਅਗਲੀ ਸਲਾਈਡ ਵਿੱਚ ਆਪਾਂ ਦੇਖ ਰਹੇ ਹਾਂ ਕਿ ਜਦੋਂ ਅਸੀਂ ਫੌਂਟ ਬਦਲਦੇ ਹਾਂ, ਰਵਾਇਤੀ ਫੌਂਟਾਂ ਨੂੰ ਯੂਨੀਕੋਡ ਦੇ ਵਿੱਚ ਬਦਲਦੇ ਹਾਂ, ਤਾਂ ਸਾਡੇ ਕੋਲ ਕੁਝ ਸੌਫਟਵੇਅਰ ਨੇ। ਅੱਖਰ 2010 ਹੈ, ਅੱਖਰ 2016 ਹੈ, ਜਿਹਨੂੰ ਤੁਸੀਂ ਅੱਖਰ iwp.com ਤੋਂ ਡਾਊਨਲੋਡ ਕਰ ਸਕਦੇ ਹੋ। ਔਰ ਇੱਥੇ ਯਾਦ ਰੱਖ ਲੈਣਾ ਹੈ ਕਿ ਇਸ ਸੌਫਟਵੇਅਰ ਨੂੰ ਅੱਜ ਹੀ ਡਾਊਨਲੋਡ ਕਰਕੇ ਇੰਸਟਾਲ ਕਰ ਲੈਣਾ ਹੈ। ਇਸ ਦਾ ਸਾਈਜ਼ ਥੋੜ੍ਹਾ ਜਿਹਾ ਵੱਡਾ ਹੈ, 1 GB ਦੇ ਕਰੀਬ ਹੈ, ਉਸ ਕਰਕੇ ਇਹਦੇ ਲਈ ਡਾਟਾ ਜਿਹੜਾ ਹੈ ਤੁਹਾਨੂੰ ਚੰਗਾ ਚਾਹੀਦਾ, ਜਾਂ ਰਾਤ ਨੂੰ ਸੌਣ ਵੇਲੇ ਤੁਸੀਂ ਲਗਾ ਦੇਣਾ ਡਾਊਨਲੋਡ, ਤੇ ਉਹਦੇ ਨਾਲ ਈਜ਼ੀ ਹੋ ਜਾਏਗਾ। ਔਰ ਇਹਨੂੰ ਇੰਸਟਾਲ ਕਰ ਲੈਣਾ, ਠੀਕ ਹੈ ਜੀ। ਹੁਣ ਤਾਂ ਮੈਂ ਤੁਹਾਨੂੰ ਆਪਣਾ ਵੀਡੀਓ ਦਾ ਰੈਫਰੈਂਸ ਵੀ ਨਹੀਂ ਦੇ ਸਕਦਾ ਕਿਉਂਕਿ ਉਹ ਡਿਲੀਟ ਹੋ ਚੁੱਕੀਆਂ ਨੇ, ਨਹੀਂ ਤਾਂ ਅੱਖਰ ਨੂੰ ਇੰਸਟਾਲ ਕਿਵੇਂ ਕਰਨਾ ਹੈ ਔਰ ਅੱਖਰ ਨਾਲ ਸੰਬੰਧਿਤ ਵੀਡੀਓ ਵੀ YouTube ਚੈਨਲ ਦੇ ਉੱਤੇ ਮੈਂ ਪਾਈਆਂ ਹੋਈਆਂ ਸੀ। ਸੋ ਇਸੇ ਤਰ੍ਹਾਂ ਸਾਡੇ ਕੋਲ ਪੰਜਾਬੀ ਫੌਂਟ ਕਨਵਰਟਰ ਸੌਫਟਵੇਅਰ ਵੀ ਹੈ, ਗੁਰਮੁਖੀ ਯੂਨੀਕੋਡ ਫੌਂਟ ਕਨਵਰਟਰ ਵੀ ਹੈ, ਯਾਨੀ ਕਿ ਪੁਰਾਣਾ ਮੈਟਰ ਤੁਸੀਂ ਜੇ ਯੂਨੀਕੋਡ ਵਿੱਚ ਬਦਲਣਾ ਹੈ ਤਾਂ ਤੁਸੀਂ ਉਹਨੂੰ ਫੌਂਟ ਕਨਵਰਟਰ ਰਾਹੀਂ ਬਦਲ ਸਕਦੇ ਹੋ, ਪਰ ਅੱਗੇ ਤੋਂ ਜਿਹੜਾ ਕੰਮ ਅਸੀਂ ਕਰਨਾ ਉਹ ਯੂਨੀਕੋਡ ਵਿੱਚ ਹੀ ਕਰਨਾ ਹੈ। ਸੋ ਅੱਗੇ ਸਾਡੇ ਕੋਲ ਜਿਹੜੀ ਸਲਾਈਡ ਹੈ ਉਹਦੇ ਵਿੱਚ ਅਸੀਂ ਜਾਣਾਂਗੇ ਕਿ ਯੂਨੀਕੋਡ ਦਾ ਫਾਇਦਾ ਇਕੱਲਾ ਟਾਈਪ ਕਰਨ ਤੱਕ ਸੀਮਿਤ ਨਹੀਂ ਹੈ। ਯੂਨੀਕੋਡ ਦੇ ਹੋਰ ਕਈ ਫਾਇਦੇ ਨੇ, ਜਿਵੇਂ ਪਹਿਲਾ ਫਾਇਦਾ ਸਾਡੇ ਕੋਲ ਇਹ ਹੈ ਕਿ ਅਸੀਂ ਫਾਈਲਾਂ ਤੇ ਫੋਲਡਰਾਂ ਦੇ ਨਾਮ ਪੰਜਾਬੀ ਦੇ ਵਿੱਚ ਰੱਖ ਸਕਦੇ ਹਾਂ। ਕੰਪਿਊਟਰ ਦੇ ਉੱਤੇ ਜੇ ਤੁਸੀਂ ਕਿਸੇ ਫਾਈਲ ਦਾ ਨਾਮ ਪੰਜਾਬੀ 'ਚ ਰੱਖਣਾ ਹੈ, ਫੋਲਡਰ ਦਾ ਨਾਮ ਪੰਜਾਬੀ 'ਚ ਰੱਖਣਾ ਹੈ, ਤੇ ਜੇ ਯੂਨੀਕੋਡ ਵਿੱਚ ਟਾਈਪ ਕਰਨਾ ਹੁੰਦਾ ਹੈ ਤੇ ਇਹ ਵੀ ਸੰਭਵ ਹੈ, ਕੋਈ ਸਮੱਸਿਆ ਨਹੀਂ ਹੈ। ਦੂਜਾ ਪੁਆਇੰਟ ਹੈ ਫਾਈਲਾਂ ਤੇ ਫੋਲਡਰਾਂ ਦੀ ਭਾਲ ਕਰਨੀ, ਯਾਨੀ ਕਿ ਸਰਚ ਕਰਨਾ। ਕੰਪਿਊਟਰ ਦੇ ਵਿੱਚ ਕੋਈ ਫਾਈਲ ਤੁਸੀਂ ਬਣਾ ਕੇ ਭੁੱਲ ਜਾਂਦੇ ਹੋ ਕਿ ਕਿੱਥੇ ਬਣਾਈ ਸੀ, ਉਹਨੂੰ ਤੁਸੀਂ ਸਰਚ ਕਰ ਸਕਦੇ ਹੋ। ਔਰ ਪੰਜਾਬੀ ਦੇ ਫਾਈਲਾਂ ਫੋਲਡਰਾਂ ਨੂੰ ਵੀ ਸਰਚ ਕਰਨਾ ਉਸੇ ਤਰ੍ਹਾਂ ਹੀ ਸੰਭਵ ਹੈ ਜਿਵੇਂ ਅੰਗਰੇਜ਼ੀ ਦੀਆਂ ਫਾਈਲਾਂ ਫੋਲਡਰਾਂ ਨੂੰ ਕਰਨਾ। 3 ਨੰਬਰ ਹੈ ਸੂਚੀ ਨੂੰ ਕ੍ਰਮਬੱਧ ਕਰਨਾ, ਯਾਨੀ ਕਿ ਲਿਸਟ ਨੂੰ ਸੌਰਟ ਕਰਨਾ। ਕੱਲ੍ਹ ਅਸੀਂ ਟੇਬਲ ਦੇ ਵਿੱਚ ਅੰਗਰੇਜ਼ੀ ਦੀ ਲਿਸਟ ਨੂੰ ਸੌਰਟ ਕਰਨਾ ਸਿੱਖਿਆ ਸੀਗਾ, ਜਿਹਦੇ ਵਿੱਚ ਅਸੀਂ ਕੁਝ ਅੰਕਾਂ ਨੂੰ ਵੀ ਸੌਰਟ ਕੀਤਾ ਹੈ। ਬਿਲਕੁਲ ਉਸੇ ਤਰ੍ਹਾਂ ਜੇ ਤੁਹਾਡੇ ਕੋਲ 100, 200, 1000 ਵਿਅਕਤੀਆਂ ਦੇ ਨਾਮ ਨੇ ਔਰ ਉਹ ਪੰਜਾਬੀ ਦੇ ਵਿੱਚ ਟਾਈਪ ਕੀਤੇ ਹੋਏ ਤਾਂ ਤੁਸੀਂ ਉਹਨਾਂ ਨਾਵਾਂ ਨੂੰ ਵੀ ਜਿਹੜਾ ਹੈ ਸੌਰਟ ਕਰ ਸਕਦੇ ਹੋ, ਉਹਨਾਂ ਨੂੰ ਵੀ ਕ੍ਰਮਬੱਧ ਕਰ ਸਕਦੇ ਹੋ, ਪਰ ਸ਼ਰਤ ਹੈ ਕਿ ਉਹ ਯੂਨੀਕੋਡ ਦੇ ਵਿੱਚ ਟਾਈਪ ਕੀਤੇ ਹੋਣ। ਨੰਬਰ 4 ਹੈ ਬਹੁ ਭਾਸ਼ਾਈ ਦਸਤਾਵੇਜ਼ ਬਣਾਉਣਾ, ਯਾਨੀ ਕਿ ਇੱਕ ਡਾਕੂਮੈਂਟ ਦੇ ਵਿੱਚ ਤੁਸੀਂ ਕਈ ਭਾਸ਼ਾਵਾਂ ਟਾਈਪ ਕਰਨੀਆਂ ਨੇ, ਤੁਸੀਂ ਵਿੱਚ ਹਿੰਦੀ ਵੀ ਟਾਈਪ ਕਰਨੀ ਹੈ, ਅੰਗਰੇਜ਼ੀ ਵੀ, ਪੰਜਾਬੀ ਵੀ, ਤੇ ਜੇ ਤਾਂ ਤੁਸੀਂ ਯੂਨੀਕੋਡ ਦਾ ਇਸਤੇਮਾਲ ਕਰੋਗੇ ਤਾਂ ਇੱਕ ਹੀ ਫੌਂਟ ਦੇ ਨਾਲ ਤੁਹਾਡਾ ਕੰਮ ਚੱਲ ਸਕਦਾ ਹੈ। ਜਿਵੇਂ ਨਿਰਮਲਾ ਫੌਂਟ ਹੈ, ਨਿਰਮਲਾ ਫੌਂਟ 7 ਭਾਸ਼ਾਵਾਂ ਨੂੰ ਸਪੋਰਟ ਕਰਦਾ ਹੈ, ਨੋਟ ਕਰ ਲਓ। ਨਿਰਮਲਾ ਯੂਨੀਕੋਡ ਫੌਂਟ 7 ਭਾਸ਼ਾਵਾਂ ਨੂੰ ਜਿਹੜਾ ਸਪੋਰਟ ਕਰਦਾ, ਉਹਦੇ ਤੁਸੀਂ ਅੰਗਰੇਜ਼ੀ, ਪੰਜਾਬੀ, ਹਿੰਦੀ, ਕੰਨੜ, ਉਰਦੂ, ਇਹ ਸਾਰੀਆਂ ਭਾਸ਼ਾਵਾਂ ਲਿਖ ਸਕਦੇ ਹੋ। ਤੁਹਾਨੂੰ 7 ਵੱਖਰੇ ਵੱਖਰੇ ਫੌਂਟਾਂ ਦੀ ਲੋੜ ਨਹੀਂ, ਇੱਕੋ ਫੌਂਟ ਪਾਉਣਾ ਤੇ ਸਾਰੀਆਂ ਭਾਸ਼ਾਵਾਂ ਦੇ ਵਿੱਚ ਤੁਸੀਂ ਕੰਮ ਕਰ ਸਕਦੇ ਹੋ। ਹੁਣ ਜਦੋਂ ਦਾ ਯੂਨੀਕੋਡ ਆਇਆ, ਈਮੇਲ ਦੇ ਵਿੱਚ ਆਪਾਂ ਸਿੱਧਾ ਕੋਈ ਸੰਦੇਸ਼ ਯੂਨੀਕੋਡ 'ਚ ਲਿਖ ਦਈਏ ਤਾਂ ਅਗਲੇ ਨੂੰ ਸਿੱਧਾ ਹੀ ਸਮਝ ਆਊਗਾ, ਦਿਖਣ ਯੋਗ ਹੋਊਗਾ, ਕੋਈ ਸਮੱਸਿਆ ਨਹੀਂ ਹੋਏਗੀ।
ਚੈਟਿੰਗ ਕਰ ਸਕਦੇ ਆ, ਪਰ ਚੈਟਿੰਗ ਦੇ ਵਿੱਚ ਚੀਟਿੰਗ ਕਦੇ ਨਹੀਂ ਕਰਨਾ। ਫੇਸਬੁੱਕ ਦੇ ਉੱਤੇ ਆਪਣੀ ਕੰਧ ਦੇ ਉੱਤੇ ਤੁਸੀਂ ਲਿਖਣਾ ਹੋਵੇ, ਵਾਲ ਦੇ ਉੱਤੇ ਲਿਖਣਾ ਹੋਵੇ ਤਾਂ ਪੰਜਾਬੀ ਦੇ ਵਿੱਚ ਲਿਖ ਸਕਦੇ ਹੋ। ਅੱਜ ਫੇਸਬੁੱਕ ਦੇ ਉੱਤੇ ਬਹੁਤ ਸਾਰੀਆਂ ਆਈਡੀਜ਼ ਨੇ ਜਿਨ੍ਹਾਂ ਦੇ ਉੱਤੇ ਪੰਜਾਬੀ ਲਿਖੀ ਹੋਈ ਸਾਨੂੰ ਮਿਲਦੀ ਹੈ। ਵੈਬਸਾਈਟਾਂ ਤੇ ਬਲੌਗ ਬਣਾਉਣੇ ਉਦੋਂ ਹੀ ਸੰਭਵ ਹੋਏ ਨੇ ਜਦੋਂ ਯੂਨੀਕੋਡ ਆਇਆ ਹੈ। ਵੈਬ ਸਰਚ ਕਰਨੀ ਯਾਨੀ ਕਿ ਗੂਗਲ ਸਰਚ ਇੰਜਣ ਦੇ ਉੱਤੇ ਜੇ ਤੁਸੀਂ ਸੁਰਜੀਤ ਪਾਤਰ ਦੀਆਂ ਕੁਝ ਕਵਿਤਾਵਾਂ ਪੜ੍ਹਨੀਆਂ ਚਾਹੁੰਦੇ ਹੋ ਤਾਂ ਸਰਚ ਜੇ ਤੁਸੀਂ ਰੋਮਨ ਅੱਖਰਾਂ ਦੇ ਵਿੱਚ ਯਾਨੀ ਕਿ ਅੰਗਰੇਜ਼ੀ ਵਿੱਚ ਕਰੋਗੇ ਤਾਂ ਉਸ ਤਰ੍ਹਾਂ ਸਰਚ ਨਹੀਂ ਹੋਏਗਾ। ਤੁਸੀਂ ਪੰਜਾਬੀ ਦੇ ਵਿੱਚ ਸੁਰਜੀਤ ਪਾਤਰ ਦਾ ਨਾਮ ਯੂਨੀਕੋਡ 'ਚ ਲਿਖ ਕੇ ਗੂਗਲ ਕਰੋਗੇ ਤਾਂ ਤੁਹਾਨੂੰ ਬਹੁਤ ਸਾਰੇ ਰਿਜ਼ਲਟ ਜਿਹੜੇ ਨੇ ਉਹ ਮਿਲ ਜਾਣਗੇ। ਇਸੇ ਤਰ੍ਹਾਂ ਕੰਪਿਊਟਰ ਪ੍ਰੋਗਰਾਮ ਬਣਾਉਣੇ ਵੀ ਅਤੇ ਡਾਟਾਬੇਸ ਬਣਾਉਣਾ ਵੀ ਸੰਭਵ ਉਦੋਂ ਹੋਇਆ ਜਦੋਂ ਯੂਨੀਕੋਡ ਸਾਡੇ ਕੋਲ ਆਇਆ। ਔਰ ਯਾਦ ਰੱਖਣਾ 1991 ਦੇ ਵਿੱਚ ਯੂਨੀਕੋਡ ਸਿਸਟਮ ਜਿਹੜਾ ਸੀ ਉਹ ਬਣ ਕੇ ਸਾਡੇ ਕੋਲ ਆਇਆ ਅਤੇ ਅੱਜ ਇੰਨੇ ਸਾਲਾਂ ਬਾਅਦ ਵੀ ਅਸੀਂ ਯੂਨੀਕੋਡ ਦੇ ਬਾਰੇ ਅਵੇਅਰ ਨਹੀਂ ਹੈਗੇ, ਇਹਦੀ ਵਰਤੋਂ ਨਹੀਂ ਕਰ ਰਹੇ। ਯੂਨੀਕੋਡ ਅਸਲ ਦੇ ਵਿੱਚ ਹੈ ਕੀ, ਕਰ ਚੁੱਕੇ ਆਪਾਂ ਪਹਿਲਾਂ ਵੀ। ਯੂਨੀਕੋਡ ਇੱਕ ਅੰਤਰਰਾਸ਼ਟਰੀ ਅੱਖਰ ਕੋਡ ਪ੍ਰਣਾਲੀ ਹੈ। ਇਸ ਵਿੱਚ ਦੁਨੀਆ ਦੇ ਹਰੇਕ ਪ੍ਰਮੁੱਖ ਭਾਸ਼ਾ ਦੇ ਅੱਖਰਾਂ ਨੂੰ ਇੱਕ ਵਿਲੱਖਣ ਕੋਡ ਮੁਹੱਈਆ ਕਰਵਾਇਆ ਗਿਆ, ਯਾਨੀ ਕਿ ਯੂਨੀਕ ਕੋਡ ਹੈ। ਇਹ ਕੋਡ ਦੁਨੀਆ ਦੇ ਕਿਸੇ ਵੀ ਕੋਨੇ 'ਤੇ ਕਿਸੇ ਵੀ ਕੰਪਿਊਟਰ ਦੇ ਉੱਤੇ ਫਿਕਸ ਰਹਿੰਦਾ ਹੈ, ਸਥਿਰ ਰਹਿੰਦਾ ਹੈ। ਮੰਨ ਲਓ ਤੁਸੀਂ ਕੱਕਾ ਪਾਇਆ ਯੂਨੀਕੋਡ ਦੇ ਵਿੱਚ ਤਾਂ ਦੁਨੀਆ ਦੇ ਸਾਰੇ ਕੰਪਿਊਟਰ ਕੱਕੇ ਨੂੰ ਕੱਕਾ ਹੀ ਦਿਖਾਉਣਗੇ, ਕੋਈ ਚੇਂਜ ਨਹੀਂ ਹੋਏਗੀ। ਯੂਨੀਕੋਡ ਪ੍ਰਣਾਲੀ ਜਿਹੜੀ ਰਵਾਇਤੀ ਜਿਹੜੀ ਅੰਗਰੇਜ਼ੀ ਵਾਲੀ ਅਸਕਾਈ ਸੀਗੀ, ਉਸ ਕੋਡ ਪ੍ਰਣਾਲੀ ਤੋਂ ਦੁੱਗਣੇ ਆਕਾਰ ਦੀ ਯਾਨੀ ਕਿ ਅਸਕਾਈ 8 ਬਿਟ ਸੀਗੀ ਤਾਂ ਇਹ 16 ਬਿਟ ਸਾਈਜ਼ ਦੀ ਕੋਡ ਪ੍ਰਣਾਲੀ ਹੈ। ਇਸ ਵਿੱਚ ਵੱਖ-ਵੱਖ ਮੁਲਕਾਂ ਦੀਆਂ ਭਾਸ਼ਾਵਾਂ ਦੇ 65,536 ਅੱਖਰਾਂ ਨੂੰ ਦਰਸਾਇਆ ਜਾ ਸਕਦਾ ਹੈ। ਸੋ ਇੱਕ ਇਹਦੇ ਯੂਨੀਕੋਡ ਦੇ ਬਹੁਤ ਸਾਰੇ ਲਾਭ ਨੇ। ਯੂਨੀਕੋਡ ਦੇ ਵਿੱਚ ਟਾਈਪ ਕਰਨ ਦੀ ਗੱਲ ਆਪਾਂ ਅੱਗੇ ਕਰਾਂਗੇ। ਯੂਨੀਟਾਈਪ ਸੌਫਟਵੇਅਰ ਦੇ ਰਾਹੀਂ ਵੀ ਤੁਸੀਂ ਯੂਨੀਕੋਡ ਵਿੱਚ ਟਾਈਪ ਕਰ ਸਕਦੇ ਹੋ। ਜੀ ਲਿਪਿਕਾ ਦੇ ਵਿੱਚ ਵੀ ਤੁਸੀਂ ਯੂਨੀਕੋਡ ਦੇ ਵਿੱਚ ਟਾਈਪ ਕਰ ਸਕਦੇ ਹੋ। ਔਰ ਤੁਹਾਡੇ ਕੋਲ ਹੋਰ ਬਹੁਤ ਸਾਰੇ ਆਨਲਾਈਨ ਸੌਫਟਵੇਅਰ ਨੇ ਜਿਵੇਂ ਗੂਗਲ ਇਨਪੁਟ ਟੂਲ ਹੈ, ਜਾਂ ਤੁਹਾਡੇ ਕੋਲ ਯੂਨੀਕੋਡ ਟਾਈਪਿੰਗ ਪੈਡ ਹੈ। ਇੰਟਰਨੈਟ ਚੱਲਦਾ ਹੋਵੇ ਤਾਂ ਤੁਸੀਂ ਡਾਇਰੈਕਟ ਇਹਨਾਂ ਦੇ ਉੱਤੇ ਜਾ ਕੇ ਵੀ ਯੂਨੀਕੋਡ ਦੇ ਵਿੱਚ ਟਾਈਪ ਕਰ ਸਕਦੇ ਹੋ। ਸੋ ਗੂਗਲ ਦਾ ਇੱਕ ਇਨਪੁਟ ਟੂਲ ਹੈ, ਉਹਦੇ ਉੱਤੇ ਵੀ ਤੁਸੀਂ ਜਾ ਕੇ ਟਾਈਪਿੰਗ ਦਾ ਕੰਮ ਕਰ ਸਕਦੇ ਹੋ। ਇਹ ਸਾਰੇ ਦੇ ਸਾਰੇ ਸੌਫਟਵੇਅਰ ਜਦੋਂ ਤੁਹਾਨੂੰ ਆਉਟਪੁੱਟ ਦੇਣਗੇ ਯੂਨੀਕੋਡ ਦੇ ਵਿੱਚ ਹੀ ਦੇਣਗੇ। ਸੋ ਇਸ ਕਰਕੇ ਜਦੋਂ ਤੁਸੀਂ ਮੋਬਾਈਲ ਦੇ ਉੱਤੇ ਵੀ ਕੁਝ ਟਾਈਪ ਕਰਦੇ ਹੋ ਕਿਸੇ ਵੀ ਕੀਬੋਰਡ ਦੇ ਨਾਲ ਅੱਜ ਦੀ ਡੇਟ ਦੇ ਵਿੱਚ, ਤਾਂ ਉਸ ਮੋਬਾਈਲ ਦਾ ਕੀਬੋਰਡ ਵੀ ਆਉਟਪੁੱਟ ਤੁਹਾਨੂੰ ਯੂਨੀਕੋਡ ਦੇ ਵਿੱਚ ਦੇਗਾ। ਪਰ ਯੂਨੀਕੋਡ ਦਾ ਮਤਲਬ ਇਹ ਨਹੀਂ ਹੈ ਕਿ ਰਾਵੀ ਤਾਂ ਯੂਨੀਕੋਡ ਦਾ ਇੱਕ ਫੌਂਟ ਹੈ। ਬਾਕੀ ਜਿਹੜੇ ਫੌਂਟ ਨੇ ਉਹ ਰਾਵੀ ਵਰਗੇ ਹੀ ਨੇ। ਸੋ ਆਪਾਂ ਦੇਖਿਆ ਕਿ 30 ਤੋਂ ਵੱਧ ਫੌਂਟ ਜਿਹੜੇ ਨੇ ਉਹ ਬਣ ਚੁੱਕੇ ਨੇ ਯੂਨੀਕੋਡ ਵਾਲੇ। ਤਾਂ ਤੁਸੀਂ ਕਿਸੇ ਇੱਕ ਯੂਨੀਕੋਡ ਦੇ ਵਿੱਚ ਜੇ ਕੰਮ ਕਰਦੇ ਹੋ ਤਾਂ ਦੂਜੇ ਯੂਨੀਕੋਡ ਫੌਂਟ ਦੇ ਵਿੱਚ ਜਦੋਂ ਜਾਓਗੇ ਸਿਰਫ ਸ਼ੇਪ ਬਦਲੇਗੀ। ਸੋ ਚਲਦੇ ਅਸੀਂ ਇਸ ਛੋਟੇ ਜਿਹੇ ਕੁਇਜ਼ ਨੂੰ ਲੈਂਦੇ ਹਾਂ। ਉਸ ਤੋਂ ਬਾਅਦ ਹੋਏਗੀ ਬ੍ਰੇਕ ਤੋਂ ਬਾਅਦ ਅਸੀਂ ਪ੍ਰੈਕਟੀਕਲ ਕਰਾਂਗੇ। ਕੱਲ੍ਹ ਦੀ ਤਰ੍ਹਾਂ ਤੁਸੀਂ ਆਪਣੇ ਕੰਪਿਊਟਰਾਂ ਨੂੰ ਤਿਆਰ ਕਰ ਲੈਣਾ। ਪਹਿਲਾ ਸਵਾਲ ਹੈ ਜੀ, ਯੂਨੀਕੋਡ ਸਿਸਟਮ। ਆਪਸ਼ਨ ਊੜਾ ਅੰਤਰਰਾਸ਼ਟਰੀ ਅੱਖਰ ਕੋਡ ਪ੍ਰਣਾਲੀ, ਐੜਾ 16 ਬਿਟ ਆਕਾਰ, ਈੜੀ 65,000 ਤੋਂ ਵੱਧ, ਸੱਸਾ ਉਪਰੋਕਤ ਸਾਰੇ। ਸੱਸਾ ਬਿਲਕੁਲ ਠੀਕ ਹੈ ਜੀ। ਦੂਜਾ ਸਵਾਲ, ਯੂਨੀਟਾਈਪ ਡਾਊਨਲੋਡ ਕਰਨ ਦੇ ਲਈ ਸਾਡੇ ਕੋਲ ਆਪਸ਼ਨ ਹੁੰਦੀ ਹੈ ਜੀ, ਸਾਡੇ ਸੈਂਟਰ ਦੀ ਵੈਬਸਾਈਟ ਜਿੱਥੋਂ ਤੁਸੀਂ ਕੋਰਸ ਕਰ ਰਹੇ ਹੋ ਪੰਜਾਬੀ ਕੰਪਿਊਟਰ ਸਹਾਇਤਾ ਕੇਂਦਰ, ਉਹਦੀ ਵੈਬਸਾਈਟ ਦਾ ਨਾਮ ਹੈ punjabicomputer.com। ਸੋ ਯੂਨੀਟਾਈਪ ਨੂੰ ਇੱਥੋਂ ਤੁਸੀਂ ਡਾਊਨਲੋਡ ਕਰ ਸਕਦੇ ਹੋ। ਅਗਲੇ ਸੈਸ਼ਨ ਵਿੱਚ ਆਪਾਂ ਕਰਾਂਗੇ ਯੂਨੀਕੋਡ ਜਾਂ ਜੀ ਲਿਪਿਕਾ ਕੀ ਚੀਜ਼ ਹੈ। ਜੀ ਲਿਪਿਕਾ ਨੂੰ ਜੇ ਡਾਊਨਲੋਡ ਕਰਨਾ ਹੈ ਤਾਂ ਉਹਦੇ ਲਈ ਗੁਰਮੁਖੀ ਫੌਂਟ ਕਨਵਰਟਰ.com ਨਾਂ ਦੀ ਵੈਬਸਾਈਟ ਦੇ ਉੱਤੇ ਜਾਣਾ ਹੈ। ਚੌਥਾ ਸਵਾਲ ਹੈ, ਯੂਨੀਟਾਈਪ ਵਿੱਚ ਭਾਸ਼ਾ ਬਦਲਣ ਦੇ ਲਈ ਅਸੀਂ ਕੀਬੋਰਡ ਸ਼ਾਰਟਕਟ ਜਿਹੜਾ ਯੂਜ਼ ਕਰਨਾ ਹੈ ਉਹ ਹੁੰਦਾ ਹੈ ਜੀ Ctrl+F+12। ਨਹੀਂ ਜੀ, Alt Ctrl F12 ਹੁੰਦਾ ਹੈ। ਠੀਕ ਹੈ ਜੀ। ਸੋ ਅੱਗੇ ਅਸੀਂ ਕਿਹੜਾ ਫੌਂਟ ਕਨਵਰਟ ਕਰਨ ਵਾਲਾ ਪ੍ਰੋਗਰਾਮ ਹੈ, ਇਹਨਾਂ ਦੇ ਵਿੱਚੋਂ ਕਿਹੜਾ ਪ੍ਰੋਗਰਾਮ ਯੂਜ਼ ਕਰਕੇ ਅਸੀਂ ਫੌਂਟ ਕਨਵਰਟ ਕਰ ਸਕਦੇ ਹਾਂ ਜੀ। तो आंसर है उपरोक्त सारे। गुरमुखी फॉन्ट कन्वर्टर.com इस वैबसाइट पर जाके भी तुसी पुराने अनमोल लिपि असीस वाले फॉन्ट को रावी च बदल सकते हो। G2SLearnpunjabi.org sodak.aspx के उत्ते जाके भी बदल सकते हो। सो ये सीगा साडे कोले अज दा कम यूनीकोड के दुआले साडा अज दा लैक्चर जिहड़ा है घुम्मिया। बड़ा अहम
ਮਸਲਾ ਸੀਗਾ ਜਿਹੜਾ ਯੂਨੀਕੋਡ ਵਾਲਾ। ਥਿਓਰੈਟੀਕਲੀ ਅਸੀਂ ਸਮਝਣ ਦਾ ਯਤਨ ਕੀਤਾ ਹੈ ਕਿ ਯੂਨੀਕੋਡ ਤੇ ਪੁਰਾਣਾ ਸਕਾਈ ਜਿਹੜਾ ਫੌਂਟ ਸੀ ਉਹਨਾਂ ਦੇ ਵਿੱਚ ਫਰਕ ਕੀ ਹੈ ਤੇ ਯੂਨੀਕੋਡ ਦੇ ਫਾਇਦੇ ਕੀ ਨੇ, ਯੂਨੀਕੋਡ ਕਦੋਂ ਬਣਿਆ, ਕਿੰਨੇ ਅੱਖਰਾਂ ਨੂੰ ਇਹਦੇ 'ਚ ਦਿਖਾਇਆ ਜਾ ਸਕਦਾ ਹੈ, ਯੂਨੀਕੋਡ ਦੀ ਵਰਤੋਂ ਕਿਉਂ ਕਰਨੀ ਚਾਹੀਦੀ ਹੈ। ਸੋ ਥਿਓਰੈਟੀਕਲੀ ਤੁਹਾਨੂੰ ਥੋੜ੍ਹਾ ਜਿਹਾ ਸਮਝ ਲੱਗ ਗਿਆ। ਬਾਕੀ ਪੜ੍ਹੋਗੇ ਅਭਿਆਸ ਜਿਹੜੀ ਸਾਡੇ ਕੋਲ ਅਭਿਆਸ ਦੇ ਲਈ ਜਾਂ ਜਿਹੜੀ ਅਧਿਐਨ ਸਮੱਗਰੀ ਦਿੱਤੀ ਹੋਈ ਹੈ ਵੈਬਸਾਈਟ 'ਤੇ, ਉਹ ਪੜ੍ਹੋਗੇ ਤਾਂ ਤੁਹਾਨੂੰ ਸਮਝ ਲੱਗ ਜਾਊਗਾ। ਅਗਲਾ ਸੈਸ਼ਨ 11:20 ਹੋ ਚੁੱਕੇ ਨੇ, 11:30 ਵਜੇ ਸ਼ੁਰੂ ਹੋਏਗਾ ਜਿਹਦੇ 'ਚ ਆਪਾਂ ਪ੍ਰੈਕਟੀਕਲ ਕਰਾਂਗੇ। ਪਹਿਲਾਂ ਅਸੀਂ ਕੀਬੋਰਡ ਫਾਊਂਡ ਇੰਸਟਾਲ ਕਰਾਂਗੇ ਆਪਣੇ ਆਪਣੇ ਕੰਪਿਊਟਰਾਂ 'ਤੇ, ਫਿਰ ਆਪਾਂ ਟਾਈਪਿੰਗ ਸ਼ੁਰੂ ਕਰਾਂਗੇ ਔਰ ਫੈਸਲਾ ਕਰ ਲੈਣਾ ਹੈ ਕਿ ਤੁਸੀਂ ਟਾਈਪ ਕਿਹੜੇ ਵਿਧੀ ਦੇ ਵਿੱਚ ਕਰਨਾ ਹੈ। ਠੀਕ ਹੈ ਜੀ। ਜਿਹਨੇ ਤਾਂ ਇਨਸਕ੍ਰਿਪਟ ਦੇ ਵਿੱਚ ਪਹਿਲਾਂ ਕਰ ਰਹੇ ਨੇ ਉਹ ਇਨਸਕ੍ਰਿਪਟ 'ਚ ਕਰਨਗੇ ਔਰ ਮੈਂ ਤਾਂ ਸਾਰਿਆਂ ਨੂੰ ਕਹਾਂਗੇ ਕਿ ਇਨਸਕ੍ਰਿਪਟ ਹੀ ਸਿੱਖੋ, ਪਰ ਟੈਸਟ ਤੱਕ ਤੁਸੀਂ ਇਨਸਕ੍ਰਿਪਟ ਦੀ ਤਿਆਰੀ ਨਹੀਂ ਕਰ ਸਕਦੇ ਕਿਉਂਕਿ ਥੋੜ੍ਹਾ ਜਿਹਾ ਅਭਿਆਸ ਲੰਬਾ ਚਾਹੀਦਾ ਹੈ। ਟੈਸਟ ਦੀ ਤਿਆਰੀ ਦੇ ਲਈ ਤੁਸੀਂ ਸ਼ਾਰਟਕਟ ਤਰੀਕਾ ਵੀ ਅਪਣਾ ਸਕਦੇ ਹੋ। ਸਾਰੇ ਤਮਾਮ ਤਰੀਕੇ ਤੁਹਾਨੂੰ ਮੈਂ ਦੱਸਾਂਗਾ, ਪ੍ਰੈਕਟੀਕਲ ਨਾਲ ਨਾਲ ਕਰਾਂਗੇ ਔਰ ਫਿਰ ਤੁਸੀਂ ਅੱਜ ਯੋਗ ਹੋ ਜਾਓਗੇ ਪੰਜਾਬੀ ਦੇ ਵਿੱਚ ਟਾਈਪ ਕਰਨ ਦੇ ਲਈ। ਅੱਜ ਜਿਹੜੀ ਅਸਾਈਨਮੈਂਟ ਤੁਸੀਂ ਭੇਜਣੀ ਹੈ 2 ਪੈਰੇ ਖੁਦ ਪੰਜਾਬੀ ਦੇ ਵਿੱਚ ਟਾਈਪ ਕਰਕੇ ਉਹ ਤੁਸੀਂ ਮੇਲ ਕਰਨੇ ਹੋਣਗੇ। ਅੱਜ ਅਸਾਈਨਮੈਂਟ ਅਭਿਆਸ ਵਾਲੀ ਨਹੀਂ ਭੇਜਣੀ, ਟਾਈਪ ਕਰਕੇ 2 ਪੈਰੇ ਭੇਜਣੇ ਨੇ। ਸੋ ਮਿਲਦੇ ਹਾਂ ਇਸ ਛੋਟੀ ਜਿਹੀ ਬ੍ਰੇਕ ਤੋਂ ਬਾਅਦ।